ਕੌਮੀ ਇਨਸਾਫ ਮੋਰਚੇ ਦੇ ਵੱਲੋਂ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ। ਕਿਹਾ ਜਦੋਂ ਤੱਕ ਨਹੀਂ ਸੁਣਦੀ ਸਰਕਾਰ ਜੇਲ੍ਹਾਂ ਭਰਨ ਦੇ ਲਈ ਅਸੀਂ ਹਾਂ ਤਿਆਰ। ਕੁਝ ਪੰਚਾਇਤਾਂ ਨੇ ਵੀ ਮੋਰਚੇ ਨੂੰ ਦਿੱਤਾ ਸਮਰਥਨ। ਨਸ਼ੇ ਨੂੰ ਲੈ ਕੇ ਦਿੱਤੀ ਚੁਣੌਤੀ ਤੇ ਰਾਮ ਰਹੀਮ ਦਾ ਯੂ ਟਰਨ। ਕਿਹਾ ਮੇਰੀਆਂ ਗੱਲਾਂ ਨੂੰ ਤੋੜ ਮਰੋੜ ਕੇ ਕੀਤਾ ਗਿਆ ਪੇਸ਼। ਸਭ ਨੂੰ ਮਿਲ ਕੇ ਨਸ਼ਾ ਖਤਮ ਕਰਨ ਦੀ ਕਹੀ ਸੀ ਗੱਲ। ਜਗਰਾਉਂ ਪੁਲਿਸ ਨੇ ਪਿੱਛਾ ਕਰਕੇ ਡਰੱਗ ਸਮਗਲਰ ਕੀਤਾ ਕਾਬੂ। ਇੱਕ ਗੱਡੀ ਨੂੰ ਟੱਕਰ ਮਾਰ ਕੇ ਹੋਇਆ ਸੀ ਫਰਾਰ। ਨਸ਼ਾ ਸਪਲਾਈ ਕਰਨ ਪਹੁੰਚਿਆ ਸੀ ਤਸਕਰ। ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਫਾਇਰਿੰਗ। ਗਵਾਹੀ ਦੇਣ ਆਏ ਸ਼ਖਸ ਦੇ ਉੱਤੇ ਚਲਾਈਆਂ ਗੋਲੀਆਂ। ਇੱਕ ਨੌਜਵਾਨ ਜ਼ਖਮੀ। ਪੁਲਿਸ ਨੇ 2 ਲੋਕਾਂ ਨੂੰ ਕੀਤਾ ਰਾਉਂਡ ਅਪ। ਇਨਵੈਸਟ ਪੰਜਾਬ ਤਹਿਤ ਮੁੱਖ ਮੰਤਰੀ ਮਾਨ ਦੀ ਅੰਮ੍ਰਿਤਸਰ ਤੇ ਪਠਾਨਕੋਟ ਦੇ ਕਾਰੋਬਾਰੀਆਂ ਦੇ ਨਾਲ ਮੀਟਿੰਗ। ਸੈਰ ਸਪਾਟੇ ਦੇ ਖੇਤਰ ਦੇ ਵਿੱਚ ਨਿਵੇਸ਼ ਕਰਨ ਦੇ ਲਈ ਦਿੱਤਾ ਖੁੱਲਾ ਸੱਦਾ। ਸ਼੍ਰੀ ਹਰੀਕੋਟਾ ਜਾਣ ਵਾਲੀਆਂ 10 ਵਿਦਿਆਰਥਣਾਂ ਨੂੰ ਮਿਲੇ ਮੁੱਖ ਮੰਤਰੀ ਮਾਨ। 3 ਲੱਖ ਰੁਪਏ ਦਾ ਦਿੱਤਾ ਚੈੱਕ। ਸੈਟੇਲਾਈਟ ਸਪੇਸ ਦੀ ਲਾਂਚਿੰਗ ਦੇਖਣ ਜਾ ਰਹੀਆਂ ਨੇ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ। ਇੱਕ ਦੂਜੇ ਦੇ ਹੋਏ ਸਿਧਾਰਥ ਤੇ ਕਿਆਰਾ। ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਦੇ ਵਿੱਚ ਧੂਮਧਾਮ ਦੇ ਨਾਲ ਹੋਇਆ ਵਿਆਹ। ਫਿਲਮੀ ਸਿਤਾਰਿਆਂ ਨੇ ਦਿੱਤੀ ਵਧਾਈ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਜ਼ਿਕਰ ਹੋਵੇ ਪਾਰਲੀਮੈਂਟ ਦੇ ਵਿੱਚ ਅਡਾਨੀ ਦਾ, ਫਿਰ ਫਰਕ ਤਾਂ ਪੈਂਦਾ ਹੈ। ਤੇ ਜ਼ਿਕਰ ਕਰ ਰਹੇ ਹੋਣ ਰਾਹੁਲ ਗਾਂਧੀ। ਅੱਜ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਨੇ ਗੌਤਮ ਅਡਾਨੀ ਅਤੇ ਹਿੰਡਨਬਰਗ ਰਿਪੋਰਟ ਦੇ ਉੱਤੇ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਸਵਾਲ ਪੁੱਛੇ। हमें सुनने को मिला अग्निवीर, महंगाई, किसान, बेरोजगारी प्रेसिडेंट एड्रेस में था ही नहीं। ਰਾਹੁਲ ਨੇ ਕਰੀਬ 50 ਮਿੰਟ ਦੀ ਸਪੀਚ ਦੀ ਸ਼ੁਰੂਆਤ ਭਾਰਤ ਜੋੜੋ ਯਾਤਰਾ ਦੇ ਦੌਰਾਨ ਪੁੱਛੇ ਗਏ ਲੋਕਾਂ ਦੇ ਸਵਾਲਾਂ ਨਾਲ ਕੀਤੀ। ਫਿਰ ਇਹਨਾਂ ਸਵਾਲਾਂ ਦਾ ਹਵਾਲਾ ਦਿੰਦੇ ਹੋਏ ਗੌਤਮ ਅਡਾਨੀ ਦੇ ਮੁੱਦੇ ਦੇ ਉੱਤੇ ਆ ਗਏ। अदानी 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 अदानी। ਰਾਹੁਲ ਨੇ ਕਿਹਾ ਕਿ 2014 ਦੇ ਵਿੱਚ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਲਿਸਟ ਦੇ ਵਿੱਚ 609ਵੇਂ ਨੰਬਰ ਦੇ ਉੱਤੇ ਸਨ। ਕੁਝ ਹੀ ਸਾਲ ਦੇ ਵਿੱਚ ਪਤਾ ਨਹੀਂ ਕਿਹੜਾ ਜਾਦੂ ਹੋ ਗਿਆ ਕਿ ਅਡਾਨੀ ਇਸ ਲਿਸਟ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਪਹੁੰਚ ਗਏ। कि 2014 में वो 609 नंबर पे थे, कुछ ही सालों में वो दूसरे नंबर पे पहुंच गए। कैसे पहुंचे? ਇਸ ਸਪੀਚ ਦੇ ਦੌਰਾਨ ਹਾਕਮ ਧਿਰ ਦੇ ਮੈਂਬਰਾਂ ਨੇ ਇਤਰਾਜ਼ ਵੀ ਜਤਾਇਆ। ਹਾਲਾਂਕਿ ਰਾਹੁਲ ਦੀ ਸਪੀਚ ਇਹਨਾਂ ਛੋਟੇ-ਮੋਟੇ ਹੰਗਾਮਿਆਂ ਦੇ ਵਿਚਾਲੇ ਚੱਲਦੀ ਰਹੀ ਤੇ ਅਡਾਨੀ ਤੇ ਬਿਆਨਾਂ, ਸਵਾਲਾਂ ਤੇ ਦਾਅਵਿਆਂ ਦੇ ਉੱਤੇ ਹੀ ਫੋਕਸ ਰਿਹਾ। आज अदानी जी 24% हिंदुस्तान की एयर ट्रैफिक को अपने एयरपोर्ट से निकालते हैं और 31% एयर फ्रेट उनके एयरपोर्ट में से निकलता है। अब ये काम हिंदुस्तान की सरकार और हिंदुस्तान के प्रधानमंत्री जी ने फैसिलिटेट किया। ਰਾਹੁਲ ਨੇ ਇੱਕ ਤਸਵੀਰ ਸਦਨ ਦੇ ਵਿੱਚ ਵੀ ਦਿਖਾਈ। ਇਸ ਦੇ ਵਿੱਚ ਮੋਦੀ ਅਤੇ ਗੌਤਮ ਅਡਾਨੀ ਨਜ਼ਰ ਆ ਰਹੇ ਸਨ। ਸਭਾਪਤੀ ਓਮ ਬਿਰਲਾ ਨੇ ਰਾਹੁਲ ਨੂੰ ਟੋਕਿਆ ਅਤੇ ਸਪੀਚ ਮੁੜ ਸ਼ੁਰੂ ਹੋਈ। पोस्टरबाजी के लिए सदन नहीं है, आप बात करें पोस्टरबाजी नहीं। ਦਿਨ ਦੇ ਵਿੱਚ ਰਾਹੁਲ ਗਾਂਧੀ ਸਰਕਾਰ ਦੇ ਉੱਤੇ ਵਰਦੇ ਨਜ਼ਰ ਆਏ ਤਾਂ ਸ਼ਾਮ ਨੂੰ ਲੋਕ ਸਭਾ ਦੇ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪਲਟਵਾਰ ਕੀਤਾ ਅਤੇ ਅਮੇਠੀ ਲੋਕ ਸਭਾ ਦੇ ਨਾਲ ਜੁੜੇ ਮਸਲਿਆਂ ਦੇ ਉੱਤੇ ਕਾਂਗਰਸ ਨੂੰ ਘੇਰਿਆ। फुर्सतगंज नाम का एक एयरपोर्ट, जहां पर सिर्फ परिवार से संबंधित एकेडमी है, जमीन है सरकार की, लेकिन परिवार ने अपने नाम से, बेटा और बेटी के नाम से हॉस्टल खोल दिया है। यहां पर प्रधानमंत्री जी नेताजी सुभाष चंद्र बोस के नाम से इंफ्रास्ट्रक्चर बनाते हैं, सरदार वल्लभ भाई पटेल के नाम से इंफ्रास्ट्रक्चर बनाते हैं। वहां पर राहुल जी के नाम से, प्रियंका जी के नाम से हॉस्टल बना है सरकारी जमीन पर। और बोर्ड पर वो जब थे तो उन्होंने उस पूरी अकादमी के संचालन के लिए किसी हिंदुस्तानी को नहीं, किसी विदेशी कंपनी पर विश्वास किया। सच है, विपत्ति जब आती है कायर को ही दहलाती है। वो कौन था जो कहता था विदेश से वैक्सीन लाओ? वो कौन था जो कहता था हिंदुस्तान की वैक्सीन ना लगाओ? और वो कौन था जिसने कहा कि विदेश पर नहीं अपने देश पर भरोसा करो, वैक्सीन यहां बनाओ और हर हिंदुस्तानी को मुफ्त लगाओ? उस शूरमा का नाम मोदी।
ਤਾਂ ਪਾਰਲੀਮੈਂਟ ਦਾ ਸੈਸ਼ਨ ਜਾਰੀ ਹੈ ਤੇ ਇਸ ਵਿਚਾਲੇ ਆਮੋ ਸਾਹਮਣੇ ਇਸ ਸਮੇਂ ਜ਼ਰੂਰ ਨਜ਼ਰ ਆਉਂਦੇ ਨੇ ਕਾਂਗਰਸ ਦੇ ਵੱਡੇ ਆਗੂ ਤੇ ਦੂਜੇ ਪਾਸੇ ਜੋ ਮੌਜੂਦਾ ਸਰਕਾਰ ਹੈ ਬੀਜੇਪੀ ਦੇ ਵੱਡੇ ਆਗੂ ਵੀ। ਅੱਗੇ ਵਧਦੇ ਹਾਂ, ਗੱਲ ਕਾਂਗਰਸ ਦੀ ਕਰ ਰਹੇ ਹਾਂ ਤਾਂ ਕਾਂਗਰਸ ਦੇ ਪੰਜਾਬ ਦੇ ਇੱਕ ਵੱਡੇ ਆਗੂ ਦਾ ਜ਼ਿਕਰ ਹੋਏਗਾ। ਨਾਮ ਹੈ ਸਾਧੂ ਸਿੰਘ ਧਰਮਸੋਤ। ਆਮਦਨ ਤੋਂ ਜ਼ਿਆਦਾ ਸੰਪत्ति ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 3 ਦਿਨ ਦੀ ਰਿਮਾਂਡ ਦੇ ਉੱਤੇ ਅਦਾਲਤ ਨੇ ਭੇਜ ਦਿੱਤਾ ਹੈ। ਵਿਜੀਲੈਂਸ ਨੇ ਸੋਮਵਾਰ ਸ਼ਾਮ ਨੂੰ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਸੀ। ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਦੂਜੀ ਵਾਰ ਗ੍ਰਿਫਤਾਰ ਕੀਤੇ ਗਏ ਨੇ। ਇਸ ਤੋਂ ਪਹਿਲਾਂ ਜੰਗਲਾਤ ਮਾਮਲੇ ਦੇ ਵਿੱਚ ਵੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ। ਮਿਸਟਰ ਸਾਧੂ ਸਿੰਘ ਆਲਰੇਡੀ 4 ਵਾਰੀ ਇਨਵੈਸਟੀਗੇਸ਼ਨ ਜੁਆਇਨ ਕਰ ਚੁੱਕੇ ਨੇ। ਇਨਵੈਸਟੀਗੇਸ਼ਨ ਇਨਕੁਆਇਰੀ ਦਾ ਪ੍ਰੋਸੈਸ ਜੁਆਇਨ ਕਰ ਚੁੱਕੇ ਨੇ। ਕੋਈ ਵੀ ਜਿਹੜੀ ਪ੍ਰਾਪਰਟੀ ਹੈ ਇਹਨਾਂ ਦੀ ਕੰਸੀਲਡ ਨਹੀਂ ਹੈਗੀ, ਬਿਕੋਜ਼ ਜਦੋਂ 2022 ਚ ਬਤੌਰ ਇਹਨਾਂ ਨੇ ਲੈਜਿਸਲੇਚਰ ਨੋਮੀਨੇਸ਼ਨ ਫਾਰਮ ਭਰੇ ਸੀ, ਉੱਥੇ ਹਰ ਪ੍ਰਾਪਰਟੀ ਡਿਸਕਲੋਜ਼ਡ ਹੈ ਤੇ ਇਸ ਕਰਕੇ ਕੰਸੀਲਮੈਂਟ ਵਾਲੀ ਗੱਲ ਕੋਈ ਨਹੀਂ। ਸਾਧੂ ਸਿੰਘ ਧਰਮਸੋਤ ਦੇ ਖਿਲਾਫ ਜਾਇਦਾਦ ਮਾਮਲੇ ਦੇ ਵਿੱਚ ਹੁਣ ਤੱਕ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੀ ਮਿਆਦ ਦੇ ਦੌਰਾਨ ਸਾਧੂ ਸਿੰਘ ਧਰਮਸੋਤ ਤੇ ਉਹਨਾਂ ਦੇ ਪਰਿਵਾਰ ਦੀ ਆਮਦਨ 2,37,12,596 ਰੁਪਏ ਸੀ, ਜਦਕਿ ਖਰਚ 8,76,30,888 ਰੁਪਏ ਸੀ। ਇਸ ਦੇ ਵਿੱਚ 6,39 ਲੱਖ ਰੁਪਏ ਉਹਨਾਂ ਦੀ ਆਮਦਨ ਤੋਂ 269% ਜ਼ਿਆਦਾ ਹੈ। ਧਰਮਸੋਤ ਤੇ ਜੰਗਲਾਤ ਵਿਭਾਗ ਦੇ ਵਿੱਚ ਘੁਟਾਲੇ ਦੇ ਵੀ ਇਲਜ਼ਾਮ ਨੇ, ਜਿਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਉਹ ਜ਼ਮਾਨਤ ਦੇ ਉੱਤੇ ਬਾਹਰ ਸਨ। ਖੈਰ, ਜਦੋਂ ਸਾਬਕਾ ਮੰਤਰੀ ਦੇ ਉੱਤੇ ਇਲਜ਼ਾਮ ਲੱਗਣ ਕਿ ਤੁਹਾਡੀ ਤਾਂ ਇਨਕਮ ਟੋਟਲ ਬਣਦੀ ਸੀ 2.5 ਕਰੋੜ ਤੇ ਤੁਸੀਂ ਖਰਚ 8 ਕਰੋੜ ਤੋਂ ਜ਼ਿਆਦਾ ਕਰ ਦਿੱਤਾ, ਇਹ ਪੈਸਾ ਆਇਆ ਕਿੱਥੋਂ? ਜਦੋਂ ਇਲਜ਼ਾਮ ਲੱਗਣ ਕਿ 6 ਕਰੋੜ ਤੋਂ ਜ਼ਿਆਦਾ ਦੀ ਰਕਮ ਦੇ ਉੱਤੇ ਕੁਐਸਚਨ ਮਾਰਕ ਹੈ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਮੰਗਲਵਾਰ ਨੂੰ ਮੁੜ ਤੋਂ ਸੀਐਮ ਦੀ ਰਿਹਾਇਸ਼ ਦੇ ਵੱਲ ਜੱਥਾ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਜਿਵੇਂ ਹੀ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੇ ਘਰ ਨੂੰ ਤੁਰਨਾ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ, ਜਿਸ ਤੋਂ ਬਾਅਦ ਪੁਲਿਸ ਤੇ ਮੋਰਚੇ ਦੇ ਵਿਚਾਲੇ 5 ਲੋਕਾਂ ਦਾ ਵਫਦ ਭੇਜਣ ਤੇ ਸਹਿਮਤੀ ਬਣੀ। ਪਰ ਇਸ ਤੇ ਵੀ ਰੇੜਕਾ ਖੜਾ ਹੋ ਗਿਆ ਜਦੋਂ ਮੋਰਚੇ ਨੇ 5 ਦੇ ਵਫਦ ਨੂੰ 1 ਘੰਟੇ ਦੇ ਫਰਕ ਦੇ ਨਾਲ ਭੇਜਣ ਦਾ ਐਲਾਨ ਕੀਤਾ। ਅਸੀਂ 5 ਦਾ ਜੱਥਾ ਜਿਹੜਾ ਸੀਐਮ ਹਾਊਸ ਦੇ ਅੱਗੇ ਅੱਗੇ ਭੇਜਾਂਗੇ ਤੇ ਇੱਕ ਜੱਥਾ ਜਦੋਂ ਪਹੁੰਚ ਜਾਏਗਾ 1 ਕਿਲੋਮੀਟਰ ਦੀ ਦੂਰੀ ਤੇ ਫਿਰ ਦੂਜਾ ਜੱਥਾ ਤੋਰਾਂਗੇ, ਫਿਰ ਤੀਜਾ ਤੋਰਾਂਗੇ। ਉਹ ਇਸ ਗੱਲ ਤੇ ਅੜ ਗਏ ਨੇ ਕਿ ਇੱਕੋ ਹੀ ਜੱਥਾ ਭੇਜੋ ਜੀ, ਇਸ ਗੱਲ ਤੇ ਸਾਡੀ ਸਹਿਮਤੀ ਨਹੀਂ ਬਣੀ। ਉਧਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਨੇ ਜਥੇ ਲਗਾਤਾਰ ਭੇਜੇ ਜਾਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਹਵਾਰਾ ਨੂੰ ਚੰਡੀਗੜ੍ਹ ਲਿਆ ਕੇ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾਂਦਾ, ਇਹ ਸਿਲਸਿਲਾ ਜਾਰੀ ਰਹੇਗਾ। ਅਸੀਂ ਸਰਕਾਰ ਨੂੰ ਅਲਟੀਮ ਦਿੱਤਾ ਸੀ ਵੀ ਜੇ ਉਹਨਾਂ ਨੂੰ ਪੇਸ਼ ਨਹੀਂ ਕਰਦੇ ਕੋਰਟ 'ਚ ਤਾਂ ਅਸੀਂ ਇਹ 31 ਮੈਂਬਰਾਂ ਦਾ ਜਥਾ ਗ੍ਰਿਫਤਾਰੀ ਲਈ ਭੇਜਣਾ, ਉਸੇ ਦੇ ਤਹਿਤ ਇਹ ਜਥੇ ਭੇਜੇ ਜਾ ਰਹੇ। ਉਧਰ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਵੀ 31 ਮੈਂਬਰੀ ਜਥੇ ਨੂੰ ਚੰਡੀਗੜ੍ਹ ਭੇਜਣ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਵਿਚਾਲੇ ਪੰਜਾਬ ਦੀ ਪੰਚਾਇਤ ਯੂਨੀਅਨ ਦੇ ਪ੍ਰਧਾਨ ਨੇ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਪੰਚਾਇਤਾਂ 'ਚ ਮਤਾ ਪਾਉਣ ਦਾ ਵੀ ਦਾਅਵਾ ਕੀਤਾ। ਕਾਬਿਲੇ ਗੌਰ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ, ਗੋਲੀकांड ਮਾਮਲੇ 'ਚ ਇਨਸਾਫ ਤੇ ਗਾਇਬ ਸਰੂਪਾਂ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰ ਰਹੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ 7 ਜਨਵਰੀ ਤੋਂ ਚੰਡੀਗੜ੍ਹ ਪੰਜਾਬ ਬਾਰਡਰ ਦੇ ਉੱਤੇ ਬੈਠੇ ਹੋਏ ਨੇ। ਧਰਨਾ ਪ੍ਰਦਰਸ਼ਨ ਜਾਰੀ ਹੈ ਕੌਮੀ ਇਨਸਾਫ ਮੋਰਚੇ ਦੇ ਬੈਨਰ ਹੇਠਾਂ। ਉਧਰ ਗੱਲ ਰਾਮ ਰਹੀਮ ਦੀ ਪੈਰੋਲ ਦੇ ਉੱਤੇ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਦੇ ਡਰੱਗ ਸੰਬੰਧੀ ਦਿੱਤੇ ਗਏ ਇੱਕ ਬਿਆਨ ਤੇ ਵਿਵਾਦ ਖੜਾ ਹੋ ਗਿਆ ਤੇ ਰਾਮ ਰਹੀਮ ਨੇ ਡਰੱਗ ਦੇ ਮੁੱਦੇ ਨੂੰ ਲੈ ਕੇ ਧਾਰਮਿਕ ਲੋਕਾਂ ਦੇ ਉੱਤੇ ਟਿੱਪਣੀ ਕੀਤੀ ਸੀ ਤੇ ਧਾਰਮਿਕ ਆਗੂਆਂ ਨੂੰ ਆਪੋ ਆਪਣੇ ਧਰਮ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਚੁਣੌਤੀ ਦਿੱਤੀ ਸੀ ਤੇ ਹੁਣ ਰਾਮ ਰਹੀਮ ਨੇ ਬਿਆਨ ਨੂੰ ਲੈ ਕੇ ਸਫਾਈ ਦਿੱਤੀ ਹੈ ਅਤੇ ਕਿਹਾ ਕਿ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। कैसे तोड़ा मरोड़ा जाता है बात को, हमने तो कोई चैलेंज नहीं दिया। किस बात का? हम एक चीज कह रहे थे कि हाँ भाई, हमारी हाथ जोड़ के विनती है सारे धर्म के जो मौजूद लोग हैं कि आपा सारे मिलके समाज में से गंदा नशा निकाल दें। तो इसमें चैलेंज नाम की चीज कहाँ है? ਤਾਂ ਰਾਮ ਰਹੀਮ ਨੇ ਸਫਾਈ ਜ਼ਰੂਰ ਦਿੱਤੀ, ਪਰ ਹੁਣ ਤੁਸੀਂ ਸੁਣੋ ਕਿ ਆਖਿਰ ਰਾਮ ਰਹੀਮ ਨੇ ਉਹ ਕਿਹੜਾ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਪੂਰਾ ਵਿਵਾਦ ਭਖਿਆ। जिसको जो भी धर्म है वो अपने धर्म वालों को तो कम से कम नशा छुड़ा दो, चलो दूसरों का नहीं छुड़ाना, इतने में ही काम हो जाएगा। क्योंकि सारे धर्मों के नुमाइंदे सारे लग जाएं कि भाई अपना टारगेट अपने धर्म का एक भी बच्चा नशा ना करे। 40 ਦਿਨ ਦੀ ਪੈਰੋਲ ਦੇ ਉੱਤੇ ਆਏ ਰਾਮ ਰਹੀਮ ਦੇ ਬਿਆਨ ਇਸ ਤੋਂ ਪਹਿਲਾਂ ਵੀ ਵਿਵਾਦਾਂ ਦੀ ਵਜ੍ਹਾ ਬਣਦੇ ਰਹੇ ਨੇ।
ਚਾਹੇ ਉਹ ਤਲਵਾਰ ਦੇ ਨਾਲ ਕੇਕ ਕੱਟਣ ਦਾ ਮਸਲਾ ਹੋਵੇ, ਚਾਹੇ ਇੱਕ ਤਿਰੰਗੇ ਦੇ ਰੰਗ ਵਾਲੀ ਬੋਤਲ ਦਾ ਮਸਲਾ ਹੋਵੇ, ਤੇ ਚਾਹੇ ਹੁਣ ਦੂਜੇ ਧਰਮਾਂ ਬਾਰੇ ਟਿੱਪਣੀ ਕਰਨ ਦਾ ਮਾਮਲਾ ਹੋਵੇ, ਤਾਂ ਲਿਸਟ ਕਾਫੀ ਲੰਬੀ ਨਜ਼ਰ ਆਉਂਦੀ ਹੈ। ਤਾਂ 40 ਦਿਨ ਦੀ ਪੈਰੋਲ ਦੇ ਉੱਤੇ ਰਾਮ ਰਹੀਮ ਬਾਹਰ ਆਇਆ ਹੋਇਆ, ਪਰ ਸਵਾਲ ਇਹ ਵੀ ਹੈ ਕਿ ਡਰੱਗ ਦਾ ਖਾਤਮਾ ਹੋਵੇਗਾ ਕਿਵੇਂ, ਤੇ ਉਸ ਦਾ ਇੱਕ ਤਰੀਕਾ ਤਾਂ ਇਹ ਵੀ ਹੈ ਕਿ ਹਰ ਕੋਈ ਕੋਸ਼ਿਸ਼ ਕਰੇ ਆਪੋ ਆਪਣੀ ਪੱਧਰ ਦੇ ਉੱਤੇ, ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ, ਪੁਲਿਸ ਵੀ, ਸਰਕਾਰ ਵੀ ਤੇ ਆਮ ਲੋਕ ਵੀ, ਤੇ ਸ਼ਾਇਦ ਇਸ ਕੋੜ ਨੂੰ ਜੜ ਤੋਂ ਵੱਢਿਆ ਜਾ ਸਕੇ। ਅੱਗੇ ਰੁਕ ਕਰਾਂਗੇ ਦਿੱਲੀ ਦਾ। ਦਿੱਲੀ ਦੇ ਵਿੱਚ ਮੇਅਰ ਚੋਣਾਂ ਨੂੰ ਲੈ ਕੇ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਘਮਾਸਾਨ ਜਾਰੀ ਹੈ। ਆਮ ਆਦਮੀ ਪਾਰਟੀ ਅਤੇ ਬੀਜੇਪੀ ਵਰਕਰ ਸੜਕਾਂ ਤੇ ਉਤਰੇ ਅਤੇ ਇੱਕ ਦੂਜੇ ਦੇ ਖਿਲਾਫ ਪਾਰਟੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦੋਵੇਂ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਚੋਣਾਂ ਦੇ ਵਿੱਚ ਦੇਰ ਕਰਨ ਦਾ ਇਲਜ਼ਾਮ ਲਗਾਇਆ। भारतीय जनता पार्टी के पार्षदों ने हाउस में शोर मचाना शुरू किया, करनी शुरू की, नारे लगाने शुरू किए और आम आदमी के पार्षद चुपचाप अपनी सीटों पर बैठ कर मुस्कुरा रहे। भारतीय जनता पार्टी पूरी तरह से तानाशाही कर रही है। भारतीय जनता पार्टी ने जिस प्रकार से 3 बार हाउस में मेयर के डेट का चुनाव हुआ, तीनों बार उसे चुनाव नहीं होने दिया, चुनाव स्थगित करा दिया और भारतीय जनता पार्टी देश के संविधान से, देश के लोकतंत्र को खत्म करना चाहती है। दरअसल एमसीडी ਦੀ ਅਗਵਾਈ ਕਰ ਰਹੇ ਸਤਿ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਉਪ ਰਾਜਪਾਲ ਨੇ ਜਿਹੜੇ 10 ਮੈਂਬਰਸ ਨੂੰ ਨੋਮੀਨੇਟ ਕੀਤਾ ਹੈ ਉਹ ਵੋਟ ਪਾ ਸਕਣਗੇ। 10 ਨੋਮੀਨੇਟਡ ਮੈਂਬਰਸ ਨੂੰ ਬੋਰਡ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਮੈਂਬਰਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਐਮਸੀਡੀ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਖੈਰ ਚੋਣਾਂ ਹੋਈਆਂ ਨੇ, ਪਰ ਉਸ ਤੋਂ ਬਾਅਦ ਮੇਅਰ ਦੀ ਚੋਣ ਨੂੰ ਲੈ ਕੇ ਤਾਂ ਵਿਵਾਦ ਹੈ, ਪਰ ਸਵਾਲ ਇਹ ਹੈ ਕਿ ਆਖਿਰ ਵਜ੍ਹਾ ਕੀ ਹੈ ਤੇ ਕੌਣ ਸੱਚਾ ਤੇ ਕਿਸ ਦੇ ਵੱਲੋਂ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ 'ਚ ਦਮ ਨਹੀਂ। ਹੁਣ ਅੱਗੇ ਵਧਦੇ ਹਾਂ ਤੇ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੀ। ਉਹਨਾਂ ਨੇ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਲੈ ਕੇ ਇੱਕ ਮੀਟਿੰਗ ਕੀਤੀ। ਮੀਟਿੰਗ 'ਚ ਸੁਝਾਅ ਹੈ ਕਿ ਦੁਕਾਨਦਾਰਾਂ ਦੇ ਬੋਰਡ ਪੰਜਾਬੀ ਦੇ ਵਿੱਚ ਵੀ ਹੋਣੇ ਚਾਹੀਦੇ ਨੇ। ਪ੍ਰਾਈਵੇਟ ਸਕੂਲਾਂ 'ਚ ਨਰਸਰੀ ਕਲਾਸ ਤੋਂ ਪੰਜਾਬੀ ਹੋਵੇ। ਇਸ ਤੋਂ ਇਲਾਵਾ ਜ਼ਿਲ੍ਹਾ ਅਦਾਲਤਾਂ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਰਡਰ ਵੀ ਪੰਜਾਬੀ ਭਾਸ਼ਾ ਦੇ ਵਿੱਚ ਹੋਣ। ਅੱਜ ਦੀ ਵਿਚਾਰ ਵਟਾਂਦਰਾ ਹੋਇਆ ਉਹ ਬੜਾ ਸਾਰਥਕ ਹੋਇਆ। ਬੜੀ ਵਧੀਆ ਪੁਆਇੰਟ ਉੱਥੋਂ ਨਿਕਲ ਕੇ ਆਏ ਆ। ਜਿਹੜੇ ਮਾਣਯੋਗ ਵਿਧਾਇਕ ਸਭਾ ਨੂੰ ਮਾਂ ਬੋਲੀ ਦੀ ਸੇਵਾ ਦੇ ਲਈ ਵਿਧਾਨ ਸਭਾ ਦੇ ਅੰਦਰ ਤੇ ਵਿਧਾਨ ਸਭਾ ਦੇ ਬਾਹਰ ਉਹਨਾਂ ਨੂੰ ਮਤਲਬ ਹੋਰ ਚੰਗੇ ਤਰੀਕੇ ਨਾਲ ਇਹ ਸੇਵਾ ਕਰ ਸਕਣਗੇ। ਮੈਨੂੰ ਨਹੀਂ ਪਤਾ ਸੀ ਵੀ ਹਾਈ ਕੋਰਟ ਦੇ ਵਿੱਚ ਪੰਜਾਬੀ 'ਚ ਫਾਈਲਿੰਗ ਕਰਨ ਦਾ ਪ੍ਰਾਵਧਾਨ ਕਰਵਾ ਸਕਦੇ। ਕਈ ਸਟੇਟਾਂ ਨੇ ਕੀਤਾ ਹੋਇਆ, ਇਹ ਇੱਥੇ ਨਿਕਲ ਕੇ ਆਇਆ, ਬੜੀ ਵੱਡੀ ਗੱਲ ਹੈ। ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਸੀ ਵੀ ਵਕੀਲ ਸਾਹਿਬ ਕੀ ਬੋਲੀ ਜਾਂਦੇ ਆ, ਮਦਈ ਕੋਲੇ ਖੜਾ ਹੁੰਦਾ ਸੀ। ਸੋ ਉਹਦੇ ਲਈ ਵੀ ਹੁਣ ਜੋ ਵੀ ਸਾਡਾ ਬਣਦਾ ਫਰਜ਼ ਅਸੀਂ ਅਦਾ ਕਰਾਂਗੇ, ਅਸੀਂ ਕਰਾਂਗੇ। ਮਾਣਯੋਗ ਗਵਰਨਰ ਸਾਹਿਬ ਉਹਦੇ ਲਈ ਇੰਪਾਵਰਡ ਨੇ, ਉਹਨਾਂ ਤੱਕ ਵੀ ਪਹੁੰਚ ਕੇ ਕਰਾਂਗੇ। ਸੂਬੇ ਦੀ ਮਾਨ ਸਰਕਾਰ ਨੇ ਪੰਜਾਬੀ ਭਾਸ਼ਾ ਦੀ ਮਜ਼ਬੂਤੀ ਦੇ ਲਈ ਸਾਲ 2022 ਦੇ ਵਿੱਚ ਹੁਕਮ ਜਾਰੀ ਕੀਤੇ ਸਨ। ਇਸ ਦੇ ਵਿੱਚ ਪੰਜਾਬੀ ਭਾਸ਼ਾ ਤੇ ਸੰਸਕ੍ਰਿਤ ਨੂੰ ਵਧਾਵਾ ਦੇਣ ਦੇ ਮਕਸਦ ਦੇ ਨਾਲ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਬਿਲਡਿੰਗਸ, ਬੋਰਡ ਅਤੇ ਹੋਰ ਥਾਵਾਂ ਦੇ ਉੱਤੇ ਸਾਈਨ ਬੋਰਡ ਪੰਜਾਬੀ ਭਾਸ਼ਾ ਦੇ ਵਿੱਚ ਹੀ ਹੋਣੇ ਯਕੀਨੀ ਬਣਾਏ ਜਾਣ ਦੇ ਹੁਕਮ ਦਿੱਤੇ ਗਏ ਸੀ। 21 ਫਰਵਰੀ ਕੌਮਾਂਤਰੀ ਭਾਸ਼ਾ ਦਿਵਸ ਤੱਕ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮਾਨ ਸਰਕਾਰ ਦੇ ਵੱਲੋਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ ਜੁਰਮਾਨਾ ਲਗਾਏ ਜਾਣ ਦੀ ਤਿਆਰੀ ਹੈ। ਸਾਈਨ ਬੋਰਡ ਦੇ ਉੱਤੇ ਪਹਿਲੀ ਪੰਜਾਬੀ ਭਾਸ਼ਾ ਹੀ ਹੋਵੇਗੀ। ਉਸ ਤੋਂ ਬਾਅਦ ਕਿਸੇ ਹੋਰ ਭਾਸ਼ਾ ਦੇ ਵਿੱਚ ਯਾਨੀ ਹਿੰਦੀ ਜਾਂ ਇੰਗਲਿਸ਼ ਦਾ ਇਸਤੇਮਾਲ ਬੋਰਡ ਦੇ ਵਿੱਚ ਕੀਤਾ ਜਾ ਸਕਦਾ ਹੈ। ਮਤਲਬ ਸਿੱਧਾ ਜਾਏ ਕਿ ਜੇਕਰ ਤੁਸੀਂ ਕੋਈ ਬੋਰਡ ਲਗਾਇਆ ਤਾਂ ਸਭ ਤੋਂ ਉੱਤੇ ਜਾਂ ਤਾਂ ਪੰਜਾਬੀ ਜਾਂ ਸਿਰਫ ਪੰਜਾਬੀ, ਕਿ ਪਹਿਲਾਂ ਪੰਜਾਬੀ ਫਿਰ ਇੰਗਲਿਸ਼, ਹਿੰਦੀ, ਜਿਹੜਾ ਵੀ ਤੁਸੀਂ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਕਰੋ, ਪਰ ਪੰਜਾਬੀ ਨੂੰ ਤਰਜੀਹ ਸਭ ਤੋਂ ਜ਼ਿਆਦਾ ਦੇਣੀ ਹੋਏਗੀ। ਖੈਰ ਜਦੋਂ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਮੀਟਿੰਗਾਂ ਹੋਣ ਤੇ ਜ਼ਿਕਰ ਹੋਵੇ ਕਿ ਉਸ ਨੂੰ ਤਰਜੀਹ ਦਿੱਤੀ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਪੰਜਾਬੀ ਦੇ ਨਾਲ ਹੀ ਜੁੜਿਆ ਹੋਇਆ ਹੈ ਕਿਉਂਕਿ ਚਰਚਾ ਹੋਈ ਹੈ, ਮੀਟਿੰਗ ਹੋਈ ਹੈ ਔਰ ਚਰਚਾਵਾਂ ਇਸ ਸਮੇਂ ਜਾਰੀ ਨੇ, ਤਾਂ ਇਸ ਕਰਕੇ ਸਵਾਲ ਪੰਜਾਬੀ ਦੇ ਨਾਲ ਜੁੜਿਆ ਹੋਇਆ, ਇਨਫੈਕਟ ਫਿਲਮਾਂ ਦੇ ਨਾਲ ਵੀ ਜੁੜਿਆ ਹੋਇਆ ਹੈ। ਸਵਾਲ ਹੈ ਕਿ ਪਹਿਲੀ ਬੋਲਦੀ ਪੰਜਾਬੀ ਫਿਲਮ ਕਿਹੜੀ ਹੈ? ए चौधरी करनैल सिंह, मैं मूवीज का नाम बोल रहे हैं। ऑप्शन बी इश्के पंजाब, ऑप्शन सी सतलुज दे कंडे या ऑप्शन डी हीर रांझा। इन्हां चारों ऑप्शंस दे विचों सही जवाब की है उसे तुहानूं प्रोग्राम के दौरान दसांगे, तुहाडे नाल साझा करांगे। बोलदी पंजाबी फिल्म तो भाव यह है क्योंकि एक समा अजिहा भी सी जदों मूवीज जिहड़ियां फिल्मां बनदियां सी उस दे विच डायलॉग्स नहीं हुंदे सी, उस दे विच सिर्फ एक तरीके नाल रिएक्शनस हुंदे सी, उस दे जरिए ही फिल्मां तैयार कीतियां जांदियां सी। पर जदों डायलॉग्स यानी बोलदी पंजाबी फिल्म
ਬਣੀ ਉਹ ਕਿਹੜੀ ਫਿਲਮ ਸੀ? ਤਾਂ 4 ਆਪਸ਼ਨ ਤੁਹਾਡੇ ਸਾਹਮਣੇ ਨੇ, ਸਹੀ ਜਵਾਬ ਦੱਸਾਂਗੇ ਪ੍ਰੋਗਰਾਮ ਦੇ ਦੌਰਾਨ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਜਗਰਾਉਂ ਤੋਂ। ਜਗਰਾਉਂ ਤੋਂ ਭੱਜਿਆ ਗੈਂਗਸਟਰ ਕਾਬੂ ਕਰ ਲਿਆ ਗਿਆ। ਜੀ ਹਾਂ, ਪੁਲਿਸ ਨੇ ਜਗਰਾਉਂ ਦੇ ਨੇੜੇ ਹੀ ਉਸ ਨੂੰ ਕਾਬੂ ਵੀ ਕਰ ਲਿਆ। ਦਰਅਸਲ ਇੱਕ ਗੱਡੀ ਨੂੰ ਟੱਕਰ ਮਾਰ ਕੇ ਇਹ ਗੈਂਗਸਟਰ ਭੱਜਿਆ ਸੀ। ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਔਰ ਨਸ਼ੇ ਦੀ ਸਪਲਾਈ ਇਹ ਕਰਨ ਆਇਆ ਹੋਇਆ ਸੀ। ਕਿਉਂਕਿ ਦਿਨ ਦੇ ਸਮੇਂ ਖਬਰ ਆਉਂਦੀ ਹੈ ਕਿ ਪੁਲਿਸ ਇੱਕ ਗੱਡੀ ਦਾ ਪਿੱਛਾ ਕਰ ਰਹੀ ਹੈ ਜਿਸ ਦੇ ਵਿੱਚ ਇੱਕ ਗੈਂਗਸਟਰ ਹੈ ਔਰ ਉਸ ਦਾ ਪਿੱਛਾ ਕਰਦੇ ਕਰਦੇ ਜਦੋਂ ਪਿੱਛਾ ਪੁਲਿਸ ਕਰ ਰਹੀ ਸੀ ਤਾਂ ਉਸ ਸ਼ਖਸ ਨੇ ਕੁਝ ਗੱਡੀਆਂ ਨੂੰ ਟੱਕਰ ਵੀ ਮਾਰ ਦਿੱਤੀ। ਉਸ ਦੀ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਗੱਡੀ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਉੱਥੋਂ ਭਜਾਉਂਦਾ ਹੋਇਆ ਸ਼ਖਸ ਨਜ਼ਰ ਆ ਰਿਹਾ ਹੈ। ਖੈਰ ਇਸ ਸਭ ਦੇ ਵਿਚਾਲੇ ਪੁਲਿਸ ਪਿੱਛਾ ਕਰਦੀ ਰਹੀ ਪਰ ਜਗਰਾਉਂ ਨੇੜੇ ਹੀ ਉਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਜੋ ਜਾਣਕਾਰੀ ਹੈ ਕਿ ਉੱਥੇ ਕੁਝ ਫਾਇਰ ਵੀ ਹੋਏ ਨੇ ਔਰ ਪੁਲਿਸ ਹੁਣ ਜਾਂਚ ਕਰ ਰਹੀ ਹੈ। ਔਰ ਕਾਬਿਲ ਗੌਰ ਵੀ ਹੈ ਕਿ ਇੱਕ ਤਸਕਰ ਦੱਸਿਆ ਜਾ ਰਿਹਾ ਹੈ ਜੋ ਕਿ ਡਰੱਗ ਸਪਲਾਈ ਕਰਨ ਦੇ ਲਈ ਹੀ ਆਇਆ ਹੋਇਆ ਸੀ ਤੇ ਪੁਲਿਸ ਦੇ ਅੜਿੱਕੇ ਆ ਗਿਆ। ਉਹਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਅੱਜ ਇੱਕ ਵਾਰਦਾਤ ਹੋਈ ਹੈ। ਪੁਲਿਸ ਦੀ ਇੱਕ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰ ਦੇ ਨਾਲ ਮੁੱਠਭੇੜ ਹੋਈ ਹੈ, ਮੁਕਾਬਲਾ ਹੋਇਆ। ਪੁਲਿਸ ਦਾ ਦਾਅਵਾ ਹੈ ਕਿ ਇੱਕ ਵਿਅਕਤੀ ਨਸ਼ਾ ਤਸਕਰ ਸੀ ਜਿਹੜਾ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦਾ ਪਿੱਛਾ ਕਰਦੀ ਹੋਈ ਪੁਲਿਸ ਜਗਰਾਉਂ ਦੇ ਇਸ ਸ਼ੇਰਪੁਰ ਰੋਡ ਤੇ ਪਹੁੰਚਦੀ ਆ। ਇੱਧਰ ਸ਼ਹਿਰ ਹੈ ਔਰ ਇਹ ਸ਼ਹਿਰ ਵਾਲੇ ਪਾਸੋਂ ਦੱਸਿਆ ਜਾ ਰਿਹਾ ਹੈ ਕਿ ਉਹ ਗੱਡੀ ਆਈ ਸੀ ਔਰ ਇਧਰਲੇ ਪਾਸਿਓਂ ਇਹ ਰੋਡ ਜਿਹੜੀ ਅੱਗੇ ਸ਼ੇਰਪੁਰ ਵੱਲ ਨੂੰ ਜਾਂਦੀ ਆ ਤਾਂ ਸ਼ੇਰਪੁਰ ਵੱਲ ਨੂੰ ਜਾਂਦਿਆਂ ਇਸ ਜਗ੍ਹਾ ਤੇ ਯਾਨੀ ਡੀਏਵੀ ਕਾਲਜ ਤੋਂ ਥੋੜਾ ਅੱਗੇ ਜਾ ਕੇ ਇਸ ਮੰਦਿਰ ਦੇ ਸਾਹਮਣੇ ਭਗਵਾਨ ਸ਼੍ਰੀ ਵਾਲਮੀਕ ਮੰਦਿਰ ਹੈ, ਇਸ ਦੇ ਸਾਹਮਣੇ ਆ ਕੇ ਉਸ ਗੱਡੀ ਨੂੰ ਘੇਰਾ ਪੈਂਦਾ। ਕੀ ਹੋਇਆ ਅੱਜ ਇੱਥੇ ਸ਼ਾਮ 6 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ। ਉਸ ਵੇਲੇ ਕੀ ਹੋਇਆ ਸੀ, ਕਿਹੜੀ ਗੱਡੀ ਕਿੱਧਰੋਂ ਆਈ, ਕਿਹਦੇ ਚ ਵੱਜੀ, ਕੀ ਕੁਝ ਹੋਇਆ? ਇਹ ਜੀ ਗੱਡੀ ਚਿੱਟੇ ਰੰਗ ਦੀ ਸੀ। ਇਹ ਨਹੀਂ ਅਸੀਂ ਕਹਿ ਸਕਦੇ ਵੀ ਉਹ ਕਰੇਟਾ ਵਾ ਜਾਂ ਕੋਈ ਚੀਜ਼ ਗੱਡੀ ਹੋਰ ਆ। ਇਧਰੋਂ ਗਈ ਆ, ਉੱਥੋਂ ਬੈਕ ਹੋ ਕੇ ਆ ਕੇ ਉਹ ਨਾਲ ਹੀ ਖੰਭਾ ਵਾ, ਖੰਭੇ ਦੇ ਵਿੱਚ ਵੱਜੀ ਹੈ ਜੀ, ਉਹ ਪੂਰੇ ਜ਼ੋਰ ਨਾਲ ਵੱਜੀ ਹੈ। ਉਸ ਤੋਂ ਬਾਅਦ ਤਾਰ ਟੁੱਟੀ ਹੈ ਬਿਜਲੀ ਦੀ, 2 ਮੋਟਰਸਾਈਕਲ ਵਾਲੇ ਫਸ ਗਏ ਵਿੱਚ। ਉਹਨੂੰ ਅਸੀਂ ਚੱਕਦੇ ਰਹੇ ਜਾਨੂੰ ਇੱਥੇ ਆ ਕੇ ਮੰਦਰ ਦੇ ਮੂਹਰੇ ਉਹਨੇ ਇੱਕਦਮ ਯੂ ਟਰਨ ਲਿਆ, ਬੈਕ ਮੋੜੀ ਆ, 2 ਮੋਟਰਸਾਈਕਲ ਵਾਲੇ ਫੇਰ ਵੱਜੇ ਜੀ ਆ ਕੇ। ਉਸ ਤੋਂ ਬਾਅਦ ਇੱਥੇ ਕਾਫੀ ਮਤਲਬ ਗੱਡੀਆਂ ਜਾਮ ਲੱਗ ਗਿਆ ਤੇ ਉਹ ਗੱਡੀ ਬੈਕ ਅੱਗੇ ਪਿੱਛੇ ਕਰਕੇ ਯਾਨੀ ਕਿ ਗੱਡੀਆਂ ਨੂੰ ਭੰਦਾ ਹੀ ਤੁਰਿਆ ਗਿਆ ਜੀ। ਆਹ ਗੱਡੀ ਮੇਰੀ ਇੱਥੇ ਖੜੀ ਸੀਗੀ, ਉਹ ਮਗਰ ਬੰਪਰ ਲੱਗਣ ਕਾਰਨ ਆ ਸਿਰੇ ਤੋਂ ਲੈ ਕੇ ਸਿਰੇ ਤੱਕ ਉਹਨਾਂ ਨੇ ਤੁਹਾਨੂੰ ਦੇਖ ਹੀ ਲਿਆ ਵੀ ਬੰਪਰ ਦਾ ਕੀ ਹਾਲ ਹੈ। ਐਡਾ ਮਜ਼ਬੂਤ। ਗੱਡੀ ਦੇ ਵਿੱਚ ਕਿੰਨੇ ਜਣੇ ਸੀ? ਇੱਕੋ ਹੀ ਮੁੰਡਾ ਦੇਖਿਆ ਜੀ ਅਸੀਂ। ਕਿੱਦਾਂ ਦਾ ਸੀ ਦੇਖਣ ਨੂੰ? ਮੁੰਡਾ ਜੰਗ ਬਲੱਡ ਲੱਗ ਰਿਹਾ ਸੀਗਾ ਜੀ। ਮੋਨਾ ਸੀ? ਮੋਨਾ ਸੀਗਾ ਜੀ। ਤੇ ਉਸ ਤੋਂ ਬਾਅਦ ਇੱਥੇ ਕਾਫੀ ਯਾਨੀ ਕਿ ਭੀੜ ਇਕੱਠੀ ਹੋ ਗਈ। ਉਹ ਗੱਡੀਆਂ ਨੂੰ ਭੰਦਾ ਤੋੜਦਾ ਹੋਇਆ, ਨੁਕਸਾਨ ਕਰਦਾ ਹੋਇਆ। ਇੱਕ ਆ ਨਾਲ ਸਾਡਾ ਮੈਂਟੂ ਕਰਿਆਨੇ ਵਾਲਾ ਹੁਣੀ ਗਿਆ ਵਾ ਬੰਦ ਕਰਕੇ, ਉਹਦੀ ਆ ਸਾਈਡ ਤੇ ਕਾਰ ਖੜੀ ਆ, ਉਹਨੂੰ ਵੀ ਸਾਰੀ ਡੈਮੇਜ ਕਰਕੇ ਗਿਆ ਸਾਈਡ ਤੋਂ, ਡਰਾਈਵਰ ਸਾਈਡ ਤੋਂ। ਤੇ ਇੱਕ ਸਾਈਕਲ ਵਾਲਾ ਸੀਗਾ, ਉਹ ਮਸਾਂ ਹੀ ਬਚਿਆ, ਸਾਈਕਲ ਉਹਦਾ ਚੂਰ ਚੂਰ ਕਰਕੇ ਰੱਖਤਾ ਉਹਨਾਂ ਨੇ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੁਧਿਆਣਾ ਦੇ ਵਿੱਚ ਕੋਰਟ ਕੰਪਲੈਕਸ ਤੇ ਇੱਕ ਵਾਰ ਮੁੜ ਤੋਂ ਗੋਲੀਆਂ ਦੀ ਆਵਾਜ਼ ਦੇ ਨਾਲ ਦਹਿਲ ਉੱਠਿਆ ਤੇ ਕੋਰਟ ਦੇ ਬਾਹਰ ਕੁਝ ਵਿਅਕਤੀਆਂ ਨੇ ਜੰਮ ਕੇ ਗੋਲੀਆਂ ਚਲਾਈਆਂ ਤੇ ਹਮਲਾਵਰਾਂ ਨੇ ਅਦਾਲਤ ਦੇ ਵਿੱਚ ਗਵਾਹੀ ਦੇਣ ਆਏ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜੋ ਕਿ 2020 ਦੇ ਕਿਸੇ ਮਾਮਲੇ 'ਚ ਗਵਾਹੀ ਦੇਣ ਪਹੁੰਚਿਆ ਸੀ। ਅਦਾਲਤ ਦੇ ਵਿੱਚ ਮੌਜੂਦ ਲੋਕਾਂ ਦੇ ਮੁਤਾਬਿਕ ਹਮਲਾਵਰਾਂ ਨੇ ਕਰੀਬ 3 ਰਾਉਂਡ ਫਾਇਰ ਕੀਤੇ ਜਦਕਿ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਜ਼ਖਮੀ ਵੀ ਹੋ ਗਿਆ। ਪਤਾ ਨਹੀਂ, ਅਸੀਂ ਬਾਤ ਸੁਣ ਕੇ ਆਏ ਆ, ਇਧਰੋਂ ਆਉਂਦੇ ਸੀਗੇ, ਬਸ ਗੋਲੀਆਂ ਦੀ ਬਾਤ ਸੁਣੀ ਆ, ਬਸ 3 ਗੋਲੀਆਂ ਚੱਲੀਆਂ। ਹਾਂਜੀ, ਉਹ 2 ਜਾਣੇ ਸੀਗੇ। ਫਾਇਰਿੰਗ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ। ਹਾਲਾਂਕਿ ਪਹਿਲਾਂ ਵਾਰਦਾਤ ਨੂੰ ਗੈਂਗਵਾਰ ਦੇ ਨਾਲ ਜੋੜਿਆ ਜਾ ਰਿਹਾ ਸੀ ਪਰ ਪੁਲਿਸ ਅਧਿਕਾਰੀਆਂ ਨੇ ਅਫਵਾਹਾਂ ਦਾ ਖੰਡਨ ਕੀਤਾ ਤੇ ਕਿਹਾ ਕਿ 2 ਧਿਰਾਂ ਦੇ ਵਿਚਾਲੇ ਆਪਸੀ ਰੰਜਿਸ਼ ਦਾ ਮਸਲਾ ਹੈ। मॉडल टाउन थाने में 2020 ਦਾ ਇੱਕ ਪਰਚਾ ਸੀਗਾ, ਉਸ ਤੇ ਹੀ ਉਹ ਉਥੇ ਕੰਪਲੇਨੈਂਟ ਤੇ ਮੁੱਦਈ ਸੀਗੇ। ਹੁਣ ਤੱਕ ਇਹੀ ਸੂਚਨਾ ਸਾਹਮਣੇ ਆਈ ਹੈ। उसमें से 2 बंदे राउंड ऑफ है, ਜਿਹੜੇ ਬੰਦੇ ਇੰਜਰਡ ਹੋਏ ਉਹਨਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈ। ਫਾਇਰ ਹੋਏ ਕਿੰਨੇ? ये गैंग वॉर या कुछ ऐसी कोई भी सूचना नहीं है। ਪੁਲਿਸ ਨੇ ਮਾਮਲੇ 'ਚ ਇੱਕ ਸ਼ਖਸ ਨੂੰ ਕਾਬੂ ਵੀ ਕਰ ਲਿਆ ਜਦਕਿ ਬਾਕੀ ਹਮਲਾਵਰ ਮੌਕੇ ਤੋਂ ਭੱਜ ਗਏ। ਦੱਸਦੀ ਕਿ ਕਰੀਬ 1 ਸਾਲ ਪਹਿਲਾਂ ਇਸੇ ਕੋਰਟ ਕੰਪਲੈਕਸ ਦੇ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਸੀ। ਅਗਲੀ ਖਬਰ ਹੈ ਤੁਰਕੀ ਤੋਂ। ਜੀ ਹਾਂ, ਤੁਰਕੀ ਦੇ ਵਿੱਚ ਭੂਚਾਲ ਦੇ ਨਾਲ ਹੋਏ ਭਾਰੀ ਨੁਕਸਾਨ ਤੋਂ ਬਾਅਦ ਭਾਰਤ ਸਰਕਾਰ ਨੇ ਮਦਦ ਦੇ ਲਈ ਹੱਥ ਅੱਗੇ ਵਧਾਏ। ਭਾਰਤ ਦਾ ਸਪੈਸ਼ਲ ਜਹਾਜ਼ C-17 ਗਲੋਬ ਮਾਸਟਰ NDRF ਦੇ 51 ਜਵਾਨ ਲੈ ਕੇ ਤੁਰਕੀ ਪਹੁੰਚਿਆ।
ਇਸ ਦੇ ਵਿੱਚ ਰੈਸਕਿਊ ਕਰਨ ਵਾਲੇ ਜਵਾਨ, ट्रेंड डॉग स्क्वाड, ड्रिलिंग मशीन, राहत समग्री, दवाइयां ते होर जरूरी चीज़ां मौजूद ने। इस तो इलावा तुर्की दे लई भारती फौज दा 99 मैंबरी फील्ड हस्पताल ते मैडिकल टीम भी भेजी गई है। फौज दे मैडिकल टीम दे विच क्रिटिकल केयर स्पैशलिस्ट, जिन्हां दे विच ऑर्थोपैडिक सर्जिकल टीम, जनरल सर्जिकल स्पैशलिस्ट तो इलावा होर मैडिकल टीम भी शामिल ने। इस टीम दे नाल एक्सरे मशीन, वेंटीलेटर, ऑक्सीजन जनरेशन प्लांट, कार्डियक मॉनिटर ਅਤੇ 30 ਬੈੱਡ ਮੈਡੀਕਲ ਫੈਸਿਲਿਟੀ ਤਿਆਰ ਕਰਨ ਦੀ ਸਮੱਗਰੀ ਵੀ ਸ਼ਾਮਲ ਹੈ। ਸੋਮਵਾਰ ਨੂੰ ਤੁਰਕੀ ਸੀਰੀਆ ਦੇ ਵਿੱਚ ਆਏ ਭੂਚਾਲ ਦੇ ਵਜ੍ਹਾ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵਧੀ ਹੈ। ਤੁਰਕੀ ਦੇ 10 ਤੋਂ ਜ਼ਿਆਦਾ ਸੂਬਿਆਂ ਦੇ ਵਿੱਚ ਭਾਰੀ ਤਬਾਹੀ ਹੋਈ ਹੈ। ਇੱਥੇ 6217 ਤੋਂ ਜ਼ਿਆਦਾ ਇਮਾਰਤਾਂ ਢਹਿ ਢੇਰੀ ਹੋ ਗਈਆਂ। सीरिया ਦੇ ਵਿੱਚ ਵੀ ਭੂਚਾਲ ਦੀ ਵਜ੍ਹਾ ਦੇ ਨਾਲ ਅਜਿਹੇ ਹਾਲਾਤ ਨਹੀਂ। ਇੱਥੇ ਭੂਚਾਲ ਪ੍ਰਭਾਵਿਤ ਕਈ ਇਲਾਕੇ ਬਸ਼ਰ ਅਲ ਅਸਾਦ ਦੀ ਸਰਕਾਰ ਤੇ ਵਿਦਰੋਹੀਆਂ ਦੇ ਕਬਜ਼ੇ ਵਿੱਚ ਨੇ, ਜਿਸ ਦੀ ਵਜ੍ਹਾ ਦੇ ਨਾਲ ਤਬਾਹੀ ਦਾ ਸਹੀ ਅੰਕੜਾ ਮਿਲਣਾ ਵੀ ਫਿਲਹਾਲ ਮੁਸ਼ਕਿਲ ਨਜ਼ਰ ਆਉਂਦਾ ਹੈ। ਤਾਂ ਤੁਰਕੀ ਤੇ ਸੀਰੀਆ ਦੇ ਵਿੱਚ ਵੱਡੀ ਤਬਾਹੀ ਹੋਈ ਹੈ। ਕਾਬਿਲ ਗੌਰ ਵੀ ਹੈ ਕਿ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜਿਸ ਤਰੀਕੇ ਨਾਲ ਉੱਥੇ ਭੂਚਾਲ ਦੇ ਝਟਕੇ ਲਗਾਤਾਰ ਮਹਿਸੂਸ ਕੀਤੇ ਗਏ। ਅੱਗੇ ਵਧਦੇ ਹਾਂ ਤੇ ਹੁਣ ਵਾਰੀ 7 ਫਰਵਰੀ ਦੇ ਇਤਿਹਾਸ ਦੀ। 7 ਫਰਵਰੀ ਦਾ ਇਤਿਹਾਸ ਜੁੜਿਆ ਹੋਇਆ ਰੋਜ਼ ਡੇ ਦੇ ਨਾਲ। 7 ਫਰਵਰੀ ਨੂੰ ਰੋਜ਼ ਡੇ ਮਨਾਇਆ ਜਾਂਦਾ ਹੈ। ਵੈਲੈਂਟਾਈਨਸ ਵੀਕ ਦੀ ਸ਼ੁਰੂਆਤ ਹੋ ਜਾਂਦੀ ਹੈ। ਹਾਲਾਂਕਿ ਤੁਸੀਂ ਇਹ ਰੋਜ਼ ਡੇ, ਚਾਕਲੇਟ ਡੇ ਜਾਂ ਹੋਰ ਜਿਹੜੇ ਦਿਨ ਬਣਾਏ ਗਏ ਨੇ ਜਾਂ ਜਿਨ੍ਹਾਂ ਦਾ ਜ਼ਿਕਰ ਹੁੰਦਾ ਵੈਲੈਂਟਾਈਨਸ ਡੇ 14 ਫਰਵਰੀ ਤੋਂ ਪਹਿਲਾਂ, ਹਰ ਸਾਲ ਸੁਣਦੇ ਹੋਵੋਗੇ, ਪਰ ਅਸੀਂ ਤੁਹਾਨੂੰ ਦੱਸਾਂਗੇ ਕਿ ਰੋਜ਼ ਡੇ ਆਖਿਰ ਹੁੰਦਾ ਕਿਉਂ ਹੈ। 7 ਫਰਵਰੀ ਨੂੰ ਵੈਲੈਂਟਾਈਨ ਵੀਕ ਦੀ ਸ਼ੁਰੂਆਤ ਹੁੰਦੀ ਹੈ ਰੋਜ਼ ਡੇ ਦੇ ਨਾਲ। ਦਰਅਸਲ ਰੋਜ਼ ਡੇ ਦਾ ਇਤਿਹਾਸ ਮੁਗਲ ਕਾਲ ਦੇ ਨਾਲ ਜੁੜਿਆ ਹੋਇਆ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਮੁਗਲ ਬੇਗਮ ਨੂਰ ਜਹਾਂ ਨੂੰ ਲਾਲ ਗੁਲਾਬ ਇੰਨਾ ਪਸੰਦ ਸੀ ਕਿ ਉਹਨਾਂ ਦੇ ਪਤੀ ਰੋਜ਼ ਕਈ ਟਨ ਫੁੱਲ ਉਹਨਾਂ ਨੂੰ ਖੁਸ਼ ਕਰਨ ਦੇ ਲਈ ਤੋਹਫੇ ਦੇ ਵਜੋਂ ਭਿਜਵਾਉਂਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਸਮੇਂ ਦੇ ਉੱਤੇ ਮਹਾਰਾਣੀ ਵਿਕਟੋਰੀਆ ਦੇ ਸਮੇਂ ਦੇ ਵਿੱਚ ਲੋਕਾਂ ਨੇ ਇੱਕ ਦੂਜੇ ਨੂੰ ਇੰਪ੍ਰੈਸ ਕਰਨ ਦਾ, ਫੀਲਿੰਗਸ ਸ਼ੇਅਰ ਕਰਨ ਦੇ ਲਈ ਫੁੱਲ ਦੇਣ ਦੀ ਸ਼ੁਰੂਆਤ ਕੀਤੀ। ਹੌਲੀ ਹੌਲੀ ਇਹ ਰਵਾਇਤ ਕਪਲਸ ਦੇ ਵਿਚਾਲੇ ਪਪੂਲਰ ਹੋ ਗਈ। ਉਸ ਵੇਲੇ ਤੋਂ ਹੀ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਜਿਹੜੇ ਫੁੱਲ ਨੇ ਉਹ ਦਿੰਦੇ ਹੋਏ ਨਜ਼ਰ ਆਉਂਦੇ ਨੇ। ਇਨਫੈਕਟ ਹੁਣ ਤਾਂ ਪੂਰਾ ਵੀਕ ਬਣ ਗਿਆ ਜਾਂ ਜ਼ਿਕਰ ਹੁੰਦਾ ਉਸ ਦਾ ਰੋਜ਼ ਡੇ ਤੋਂ, ਜਿਸ ਦੀ ਵੈਲੈਂਟਾਈਨਸ ਵੀਕ ਦੀ ਸ਼ੁਰੂਆਤ ਹੁੰਦੀ ਹੈ। ਖੈਰ ਵੈਲੈਂਟਾਈਨਸ ਵੀਕ ਨੂੰ ਪਿਆਰ ਕਰਨ ਵਾਲਿਆਂ ਦਾ ਪੂਰਾ ਹਫਤਾ ਵੀ ਕਿਹਾ ਜਾਂਦਾ ਹੈ ਤੇ ਵੱਖ-ਵੱਖ ਥਾਵਾਂ ਦੇ ਉੱਤੇ ਲੋਕ ਇਸ ਨੂੰ ਸੈਲੀਬ੍ਰੇਟ ਵੀ ਕਰਦੇ ਨੇ। ਤਾਂ ਰੋਜ਼ ਡੇ ਸਿਰਫ ਜਿਹੜੇ ਇੱਕ ਮੁੰਡਾ ਕੁੜੀ ਨੂੰ ਪਿਆਰ ਕਰਦਾ ਹੋਵੇ ਉਹ ਨਹੀਂ, ਬਲਕਿ ਜੇਕਰ ਤੁਸੀਂ ਆਪਣੀ ਦਾਦੀ ਨੂੰ ਬਹੁਤ ਪਿਆਰ ਕਰਦੇ ਹੋ ਤਾਂ ਫੁੱਲ ਉਹਨਾਂ ਨੂੰ ਵੀ ਦੇ ਸਕਦੇ ਹੋ। ਜੇਕਰ ਤੁਸੀਂ ਆਪਣੀ ਮਾਤਾ ਨੂੰ, ਆਪਣੇ ਪਿਤਾ ਨੂੰ ਪਿਆਰ ਕਰਦੇ ਹੋ, ਫੁੱਲ ਉਹਨਾਂ ਨੂੰ ਵੀ ਦੇ ਸਕਦੇ ਹੋ। ਫਿਲਹਾਲ ਵੇਲਾ ਹੋ ਚਲਾ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ।